ਈਦ ਮਿਲਾਦ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਮੁਬਾਰਕਾਂ। ਅੱਜ ਹੈ ਮੁਹੰਮਦ ਸਾਹਿਬ ਦਾ ਜਨਮ ਦਿਵਸ ਤੇ ਅਸੀਂ ਸਾਰੇ ਮਨਾ ਰਹੇ ਹਾਂ ਈਦ ਮਿਲਾਦ। ਔਰ ਇਹਨਾਂ ਖੁਸ਼ੀ ਭਰੀਆਂ ਘੜੀਆਂ ਦੇ ਵਿੱਚ, ਇਹਨਾਂ ਖੁਸ਼ੀ ਭਰੇ ਪਲਾਂ ਦੇ ਵਿੱਚ ਸਾਨੂੰ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ। ਔਰ ਇਸ ਸਾਥ ਦੇ ਨਾਲ ਅਸੀਂ ਆਨੰਦ ਮਾਣਾਂਗੇ ਅੱਜ ਖਾਸ ਮਹਿਮਾਨ ਦੇ ਸਾਥ ਦਾ, ਜੋ ਸਾਨੂੰ ਦੱਸਣਗੇ ਅੱਜ ਦੀ ਈਦ ਦਾ ਮਹੱਤਵ ਕੀ ਹੈ, ਵਿਸਥਾਰ ਕੀ ਹੈ। ਸੋ ਜਾਣਦੇ ਹਾਂ ਉਹਨਾਂ ਕੋਲੋਂ ਅੱਜ ਦੀ ਈਦ ਦਾ ਮਹੱਤਵ, ਵਿਸਤਾਰ ਤੇ ਹੋਰ ਸਾਰੀਆਂ ਡੀਟੇਲਸ ਕਿ ਇਸਲਾਮ ਕੀ ਹੈ, ਇਨਸਾਨੀਅਤ ਕੀ ਹੈ, ਸਾਨੂੰ ਜਿਉਣਾ ਕਿਵੇਂ ਚਾਹੀਦਾ ਹੈ। ਪੈਗੰਬਰ ਸਾਹਿਬ ਨੇ ਸਾਡੇ ਵਾਸਤੇ ਕੀ ਕੁਝ ਹਿਦਾਇਤਾਂ ਵੀ ਦਿੱਤੀਆਂ, ਕੀ ਕੁਝ ਬਰਦਾਸ਼ਤ ਵੀ ਕੀਤਾ, ਕਿਉਂਕਿ ਉਹਨਾਂ ਨੇ ਉਸ ਤਰ੍ਹਾਂ ਜੀ ਕੇ ਦਿਖਾਇਆ ਜਿਸ ਤਰ੍ਹਾਂ ਇਨਸਾਨ ਨੂੰ ਵਾਕਈ ਹੀ ਜੀਣਾ ਚਾਹੀਦਾ ਹੈ। ਤਾਂ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਮੁਹੰਮਦ ਹਬੀਬ ਸਾਹਿਬ, ਜੋ ਕਿ ਮੁਖੀ ਨੇ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾਇਰੈਕਟਰ ਨੇ ਬਾਬਾ ਫਰੀਦ ਸੈਂਟਰ ਫॉर ਸੂਫੀ ਸਟੱਡੀਜ਼। ਸੋ ਜੀ ਸਭ ਤੋਂ ਪਹਿਲਾਂ ਤਾਂ ਈਦ ਮਿਲਾਦ ਦੀ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ। ਬਹੁਤ ਬਹੁਤ ਸ਼ੁਕਰੀਆ ਆਪ ਤੁਹਾਡਾ ਸਭ ਦਾ ਸ਼ੁਕਰੀਆ ਤੇ ਖਾਸ ਤੌਰ ਸੇ ਮੈਂ ਸਭ ਦਾ ਇੱਥੇ ਆਉਣ ਲਈ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਤੇ ਅੱਜ ਆਪਾਂ ਗੱਲ ਕਰਾਂਗੇ ਈਦ ਮਿਲਾਦ ਬਾਰੇ। ਈਦ ਮਿਲਾਦ ਬਾਰੇ। ਸੋ ਕੋਈ ਵੀ ਚੀਜ਼, ਕੋਈ ਵੀ ਗੱਲ ਹੋਵੇ, ਕੋਈ ਵੀ ਤਿਉਹਾਰ ਹੋਵੇ, ਸਭ ਤੋਂ ਪਹਿਲਾਂ ਮਨ 'ਚ ਇਹ ਆਉਂਦਾ ਹੈ ਕਿ ਅਸੀਂ ਕਿਉਂ ਕਰੀਏ ਇਹ, ਅਸੀਂ ਕਿਉਂ ਮਨਾਈਏ ਇਹ, ਇਹਦੇ ਪਿੱਛੇ ਵਜ੍ਹਾ ਕੀ ਹੈ, ਇਹਦੇ ਪਿੱਛੇ ਕਾਰਨ ਕੀ ਹੈ। ਸੋ ਈਦ ਮਿਲਾਦ ਕਿਉਂ ਮਨਾਈ ਜਾਂਦੀ ਹੈ, ਈਦ ਮਿਲਾਦ ਮਨਾਉਣ ਦੇ ਪਿੱਛੇ ਇਹਦਾ ਪਿਛੋਕੜ ਕੀ ਹੈ, ਇਹਦਾ ਕਾਰਨ ਕੀ ਹੈ। ਦੇਖੋ ਈਦ ਮਿਲਾਦ ਜਿਹੜੀ ਹੈ ਉਹ ਜਿਵੇਂ ਕਿ ਤੁਸੀਂ ਦੱਸਿਆ ਹਜ਼ਰਤ ਮੁਹੰਮਦ ਦਾ ਜਨਮ ਦਿਹਾੜਾ ਹੈ ਤੇ ਇਸ ਤੋਂ ਬੜੀ ਖੁਸ਼ੀ ਦੀ ਗੱਲ ਸ਼ਾਇਦ ਮਾਨਵਤਾ को नहीं हो ਸਕਦੀ, ਕਿਉਂਕਿ ਹਜ਼ਰਤ ਮੁਹੰਮਦ ਨੂੰ ਕਿਹਾ ਜਾਂਦਾ ਹੈ ਰਹਿਮਤੁਲ ਲਿਲ ਆਲਮੀਨ, ਸ਼ਾਂਤੀ ਰਹਿਮਤ ਸਾਰੀ ਮਾਨਵਤਾ ਵਾਸਤੇ ਜੀ। ਤੇ ਉਹ ਇੱਕ ਸ਼ਾਂਤੀ ਦੂਤ ਕੇ ਤੌਰ ਤੇ ਦੁਨੀਆ ਵਿੱਚ ਆਏ ਤੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਮਿਲਾਦ ਦੇ ਇਸ ਮੌਕੇ ਤੇ। ਤੇ ਸਾਰੇ ਸ਼ਰਧਾਵਾਨ ਜਿਹੜੇ ਵੀ ਉਹਨਾਂ ਦੇ ਵੀ ਸ਼ਰਧਾ ਰੱਖਦੇ ਨੇ, ਜਿਹੜੇ ਉਹਨਾਂ ਨੂੰ ਪੈਗੰਬਰ ਮੰਨਦੇ ਨੇ, ਅੱਜ ਕੇ ਦਿਨ ਉਹ ਬੇਹੱਦ ਖੁਸ਼ ਹੋਣਗੇ ਤੇ ਹਜ਼ਰਤ ਮੁਹੰਮਦ ਨੂੰ ਤੇ ਉਹਨਾਂ ਦੇ ਆਦਰਸ਼ ਨੂੰ ਯਾਦ ਕਰਨ ਲਈ ਇਹ ਈਦ ਮਨਾਈ ਜਾਂਦੀ ਹੈ। ਬਿਲਕੁਲ ਤੁਸੀਂ ਦੱਸ ਰਹੇ ਹੋ, ਲੇਕਿਨ ਥੋੜਾ ਹੋਰ ਡਿਟੇਲਸ ਜਾਨਣਾ ਚਾਹਾਂਗੇ, ਕਿਉਂਕਿ ਕੋਈ ਵੀ ਇਨਸਾਨ ਇਸ ਚੀਜ਼ ਨੂੰ ਜ਼ਰੂਰ ਜਾਨਣਾ ਚਾਹੇਗਾ ਕਿ ਪੈਗੰਬਰ ਸਾਹਿਬ ਜਦੋਂ ਆਏ, ਮੁਹੰਮਦ ਸਾਹਿਬ ਜਦੋਂ ਆਏ ਨੇ, ਕਿਉਂਕਿ ਜਿਸ ਤਰ੍ਹਾਂ ਅਸੀਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਹਾਂ ਕਿ ਮਿੱਟੀ ਧੁੰਦ ਜਗ ਚਾਨਣ ਹੋਇਆ, ਕਿ ਉਸ ਵਕਤ ਐਸਾ ਮਾਹੌਲ ਸੀ ਕਿ ਹਰ ਪਾਸੇ ਹਨੇਰਾ ਸੀ, ਹਨੇਰਾ ਸੀ, ਤਾਂ ਚਾਨਣ ਬਿਖੇਰਨ ਵਾਸਤੇ ਬਾਬਾ ਆਏ। ਸੋ ਇਸੇ ਤਰ੍ਹਾਂ ਹੀ ਅਸੀਂ ਜਾਨਣਾ ਇਹ ਚਾਹਾਂਗੇ ਕਿ ਜਦੋਂ ਮੁਹੰਮਦ ਸਾਹਿਬ ਆਉਂਦੇ ਨੇ ਤਾਂ ਉਸ ਵੇਲੇ ਦਾ ਸਮਾਜ ਕਿਸ ਤਰ੍ਹਾਂ ਦਾ ਸੀ, ਹਾਲਾਤ ਕਿਸ ਤਰ੍ਹਾਂ ਦੇ ਸਨ ਕਿ ਉਹਨਾਂ ਨੂੰ ਆਉਣਾ ਪਿਆ ਤੇ ਉਹ ਸਾਰੀਆਂ ਗੱਲਾਂ, ਉਹ ਸਾਰੇ ਕੰਮ ਕਰਨੇ ਪਏ ਜੋ ਉਸ ਵਕਤ ਦੀ ਜ਼ਰੂਰਤ ਸੀ। ਐਗਜ਼ੈਕਟਲੀ ਤੁਸੀਂ ਸਹੀ ਰਿਲੇਟ ਕੀਤਾ, ਕਿਉਂਕਿ ਅਸੀਂ ਪੰਜਾਬ ਦੀ ਧਰਤੀ ਤੋਂ ਗੱਲ ਕਰ ਰਹੇ ਹਾਂ ਤੇ ਤੁਸੀਂ ਬਾਬਾ ਨਾਨਕ ਨੂੰ ਚੇਤੇ ਕਰਾ ਕੇ ਸਾਡੀ ਜਿਹੜੀ ਗੱਲ ਹੈ ਉਹਨੂੰ ਹੋਰ ਰਿਲੇਵੈਂਟ ਬਣਾ ਦਿੱਤਾ। ਤੇ ਹਜ਼ਰਤ ਮੁਹੰਮਦ ਮੱਕੇ ਵਿੱਚ ਪੈਦਾ ਹੋਏ, ਅਰਬ ਦੇ ਵਿੱਚ, ਲੇਕਿਨ ਉਸ ਵੇਲੇ ਜਦੋਂ ਉਹ ਪੈਦਾ ਹੋਏ ਨੇ, ਇਹ 6ਵੀਂ ਸ਼ਤਾਬਦੀ ਦਾ ਜ਼ਮਾਨਾ ਸੀਗਾ, ਤੇ ਉਹ ਜਿਹੜਾ ਸਮਾਜ ਸੀ ਉਸ ਸਮਾਜ ਨੂੰ ਜਾਹਿਲ ਸਮਾਜ ਕਿਹਾ ਜਾਂਦਾ ਸੀ, ਜਿੱਥੇ ਅਗਿਆਨਤਾ ਸੀ, ਭਰਪੂਰ ਅਗਿਆਨਤਾ। ਤੇ ਹਜ਼ਰਤ ਮੁਹੰਮਦ ਨੇ ਉੱਥੇ ਆ ਕੇ ਸਭ ਤੋਂ ਪਹਿਲੇ ਗਿਆਨ ਦਾ ਚਾਨਣਾ ਫੈਲਾਇਆ। ਕੁਰਾਨ ਦੀ ਜਿਹੜੀ ਸਭ ਤੋਂ ਪਹਿਲੇ ਜਿਹੜੇ ਲਫ਼ਜ਼ ਹਨ ਉਹ ਹਨ ਇਕਰਾ, ਪੜ੍ਹੋ, ਇਕਰਾ ਬਿਸਮਿ ਰੱਬਿਕ ਅੱਲਜ਼ੀ, ਪੜ੍ਹੋ ਆਪਣੇ ਰੱਬ ਕੇ ਨਾਮ ਨਾਲ। ਇਹ ਪਹਿਲੇ ਲਫ਼ਜ਼ ਹਨ ਜਿਹੜੇ ਕਿ ਕੁਰਾਨ ਰਾਹੀਂ ਰੱਬ ਵੱਲੋਂ ਜਿਹੜੇ ਸ਼ਬਦ ਬਖਸ਼ੇ ਗਏ ਹਜ਼ਰਤ ਮੁਹੰਮਦ ਨੂੰ ਤੇ ਉਹ ਕੁਰਾਨ ਦੇ ਵਿੱਚ ਉਚਾਰਿਤ ਹੋਏ। ਇਕਰਾ पढ़ो, इकरा बिस्मि रब्बिक अल्लज़ी खलक़ खलक़ल इंसान मिन अलक़, पढ़ो उस रब के नाम से जिसने इंसान को पैदा किया। इंसान को पैदा किया मिट्टी से और खून के लोथड़े से, जिस तरह से उसका प्रोसेस का जिक्र किया कि इंसान किमें पैदा होया है। तो सब तो पहले इंसान की वजूद बारे गल हुई तो ज्ञान बारे गल हुई, तो अज्ञानता नूं खत्म करने लिए एक प्रकाश की गल हुई। तो कुरान अपने आप दे विच हज़रत मुहम्मद राही मानवता नूं पेश किया गया, वो एक तरह से प्रकाश का एक मुनारा है, तो एक प्रकाश स्रोत है इंसान की जिहड़ी जाहलियत है, जिहड़ी अज्ञानता है, उन्होंने ख़त्म करने वास्ते। तो जिहड़ा जो समाज सी अरबां दा है वो बहुत सारे कबीलियां दे विच वंडिया होया सी। उन्हां दा कोई खास मजहब भी नहीं सी,
ਕੋਈ ਖਾਸ ਸੰਵਿਧਾਨ ਵੀ ਨਹੀਂ ਸੀ ਤੇ ਨਾ ਹੀ ਕੋਈ ਸੰਸਕ੍ਰਿਤੀ ਉਸ ਤਰ੍ਹਾਂ ਕੀ ਸੀ ਜਿਹਦੇ ਵਿੱਚ ਬਹੁਤ ਫਖਰ ਕੀਤਾ ਜਾ ਸਕੇ। ਬਹੁਤ ਜ਼ਿਆਦਾ ਖੂਨ ਖਰਾਬਾ, ਆਪਸ ਵਿੱਚ ਛੀਨਾ ਝਪਟੀ, ਮਾਰ ਕਾਟ, ਯਾਨੀ ਕਿਸੇ ਦਾ ਜੀਵਨ محفوظ نہیں سی اس ویلے جب حضرت محمد پیدا ہوئے نے، اور لمبے لمبے سمے تک جنگیں چلتی رہندی سی، آپس دے وچ بدلے دی جنگاں چلتی رہندی سی۔ اس طرح کا جاہل سماج سی جہدے وچ پوری طرح سے اگیانتا سی۔ ਅਸੀਂ ਹਮੇਸ਼ਾ ਦੇਖਦੇ ਹਾਂ ਪ੍ਰੋਫੈਸਰ ਸਾਹਿਬ ਕਿ ਜਦੋਂ ਵੀ ਪੈਗੰਬਰ ਆਉਂਦੇ ਨੇ, ਚਾਹੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਆਉਣ, ਉੱਥੋਂ ਦਾ ਸਮਾਜ ਜਾਹਿਲ ਹੀ ਹੁੰਦਾ ਹੈ ਔਰ ਹਮੇਸ਼ਾ ਰੋਸ਼ਨੀ ਦੇਣ ਵਾਸਤੇ ਆਉਂਦੇ ਨੇ, ਯਾਨੀ ਕਿ ਜਹਾਲਤ ਦੂਰ ਕਰਨ ਵਾਸਤੇ ਆਉਂਦੇ ਨੇ। ਔਰ ਤੁਸੀਂ ਕਿਤੇ ਵੀ ਦੇਖ ਲਓ, ਜਦੋਂ ਵੀ ਕੋਈ ਪੈਗੰਬਰ ਆਉਂਦੇ ਨੇ ਤਾਂ ਇਹੀ ਹਾਲਾਤ ਹੁੰਦੇ ਨੇ ਔਰ ਉਹਨਾਂ ਦੇ 'ਚ ਉਹ ਸੁਧਾਰ ਕਰਦੇ ਨੇ ਔਰ ਸੁਧਾਰ ਕਰਕੇ ਹੀ ਜਾਂਦੇ ਨੇ। ਸੋ ਅਸੀਂ ਜਾਣਨਾ ਇਹ ਚਾਹਾਂਗੇ ਕਿ ਪੈਗੰਬਰ ਹੁੰਦੇ ਕੌਣ ਨੇ ਜੋ ਇੰਨੀ ਕਾਬਲੀਅਤ ਰੱਖਦੇ ਨੇ, ਇੰਨੀ ਤਾਕਤ ਰੱਖਦੇ ਨੇ ਕਿ ਜਹਾਲਤ ਨੂੰ ਦੂਰ ਕਰਦੇ ਨੇ। ਦੇਖੋ ਜੀ, ਜਿਹੜਾ ਹਜ਼ਰਤ ਮੁਹੰਮਦ ਪੈਗੰਬਰ ਹਨ, ਇਹ ਲੋਕਾਂ ਨੂੰ ਅਕਸਰ ਗਲਤਫਹਿਮੀ ਹੁੰਦੀ ਹੈ ਕਿ ਉਹ ਪੈਗੰਬਰ ਹਜ਼ਰਤ ਮੁਹੰਮਦ ਜਿਹੜੇ ਹਨ ਉਹ ਇਸਲਾਮ ਦੇ ਸੰਸਥਾਪਕ ਹਨ ਜਾਂ ਇਸਲਾਮ ਦੇ ਪਹਿਲੇ ਪੈਗੰਬਰ ਹਨ। ਨਹੀਂ, ਇਸਲਾਮ ਦੇ ਆਖਰੀ ਪੈਗੰਬਰ ਹਨ। ਹਜ਼ਰਤ ਮੁਹੰਮਦ ਆਖਰੀ ਪੈਗੰਬਰ ਹਨ ਇਸਲਾਮ ਦੇ। ਤੇ ਇਸਲਾਮ ਦੇ ਪਹਿਲੇ ਪੈਗੰਬਰ ਜਿਹੜਾ ਪਹਿਲਾ ਇਨਸਾਨ ਸੀ, ਜਿਹੜਾ तमाम ਮਾਨਵਤਾ ਦਾ ਪਹਿਲਾ ਬਾਪ ਵੀ ਸੀ, ਪੀਊ ਸੀ, ਜਿਹੜਾ ਆਦਮ ਜਿਹਨੂੰ ਕਹਿੰਦੇ ਨੇ, ਹਜ਼ਰਤ ਆਦਮ ਅਲੈਹਿਸਲਾਮ, ਉਹ ਪਹਿਲੇ ਪੈਗੰਬਰ ਸੀ। ਤੇ ਉਸ ਤੋਂ ਬਾਅਦ ਰੱਬ ਨੇ ਹਰ ਜ਼ਮਾਨੇ ਵਿੱਚ ਵੱਖ-ਵੱਖ ਸੰਸਕ੍ਰਿਤੀਆਂ ਵਿੱਚ, ਵੱਖ-ਵੱਖ ਸਮਾਜਾਂ ਵਿੱਚ ਔਰ ਵੱਖ-ਵੱਖ ਨਸਲਾਂ ਵਿੱਚ, ਵੱਖ-ਵੱਖ ਜ਼ਮਾਨਿਆਂ ਵਿੱਚ ਆਪਣੇ ਪੈਗੰਬਰ ਭੇਜੇ, ਜਿਨ੍ਹਾਂ ਦੀ ਸੰਖਿਆ ਲਗਭਗ 1,24,000 ਦੇ ਕਰੀਬ ਰਹੀ ਹੋਏਗੀ। ਇੱਕ ਅੰਦਾਜ਼ਾ ਹੈ। حضرت محمد انہاں پیغمبراں وچوں آخری پیغمبر ہیں جنہوں نے رب دا او پیغام کہ مانوتا ایک ہے، ایک رب کے سب بندے ہیں، تمام انسان آپس دے وچ پائی پائی ہیں، ایک ماں باپ دی اولاد ہیں۔ اے سندیش جڑا پہلے پیغمبر والوں دتا گیا سی، وہ حضرت محمد نے وہی پیغام آخر دے وچ کنکلوڈ کیتا۔ جڑے پیغمبر جڑے ہوندے ہیں، پیغمبر تو پاوے پیغام دین والے، رب جڑا ہے اپنا پیغام جڑا کہ کچھ وہ بندیاں تو چاہندا ہے، وہ اپنے کچھ خاص 94 بندے راہی پوری مانوتا ہوں ایک پیغام دیندہ ہوندہ ہے۔ رب دا ایک سکیم ہے، اٹ از پارٹ آف گوڈس پلان کہ گوڈ نے انسان نو دل و دماغ دین اپرانت ساتھ میں یہ بھی پربند کیتا کہ ہر زمانے دے وچ، ہر سنسکرتی دے وچ انہوں جگایا جائے تے انہوں چیتے کرایا جائے کہ او دا پالن ہار ایک ہے تے انسانیت ایک ہے، تسی آپس وچ پائی پائی ہو تو تسی ایک دوسرے دا خیال رکھنا ہے تے تہاڈا مذہب یہی مذہب ہے کہ رب ایک ہے تے مانوتا ایک ہے، ایک دوسرے کے حقاں دا خیال رکھنا ہے۔ اسے کر کے اسلام دے وچ 2 حقاں دا ذکر کیتا گیا ہے، حقوق اللہ رب دے حق یعنی رب نو ہی رب ماننا، تے حقوق العباد بندیاں دے حق یعنی بندیاں دے ایک دوجے تے جڑے حق ہیں۔ میں ایک باپ دے طور تے میرے کچھ حق ہیں، ایک بیٹے دے طور تے میرے کچھ ڈیوٹیاں ہیں، انہوں نبھاؤنا ہے، ایک پرشاسک دے طور تے میری کچھ ڈیوٹیاں ہیں، تے ایک طرح سے ایک سٹیزن دے طور تے میرے کچھ حق ہیں، انہاں دا خیال رکھنا ہے۔ بیسیکلی اسلام سارا کا سارا یا حضرت محمد دا جتنا بھی پیغام ہے، پیغمبروں کے راہی جڑا میسج دیتا گیا ہے، وہ ان 2 لفظاں دے وچ سمویا جا سکتا ہے کہ رب ایک ہے، مانوتا ایک ہے، مذہب بھی ایک ہے اور ایک مقصد ہے، اور سب نے پرت کے رب ول جانا ہے تے وہی فیصلہ کرنے والا ہے۔ آپس دے وچ ਆਪਾਂ ਨੂੰ ਕਿਸੇ ਇੱਕ ਦੂਜੇ ਦਾ ਫੈਸਲਾ ਨਹੀਂ ਕਰਨਾ ਚਾਹੀਏ ਤੇ ਕਿਸੇ ਦੇ ਉੱਤੇ ਧਰਮ ਦੇ ਨਾਂ ਤੇ ਤਸ਼ੱਦਦ ਨਹੀਂ ਕਰਨਾ ਚਾਹੀਦਾ। ਇਹ ਹਜ਼ਰਤ ਮੁਹੰਮਦ ਦਾ ਪੈਗਾਮ ਸੀ। ਅਸੀਂ ਜੇ ਪ੍ਰੋਫੈਸਰ ਸਾਹਿਬ ਵੇਖੀਏ ਤਾਂ ਜਿੱਥੇ ਜਿੱਥੇ ਵੀ ਪੈਗੰਬਰ ਆਏ ਨੇ, ਉਹਨਾਂ ਸਭ ਨੇ ਇਹੀ ਮਿਲਦੀਆਂ ਜੁਲਦੀਆਂ ਗੱਲਾਂ ਕੀਤੀਆਂ ਨੇ, ਮਿਲਦੇ ਜੁਲਦੇ ਸੰਦੇਸ਼ ਦਿੱਤੇ ਨੇ। ਕਿਸੇ ਨੇ ਇਹ ਨਹੀਂ ਕਿਹਾ ਝੂਠ ਬੋਲਿਆ ਕਰੋ, ਸਭ ਨੇ ਕਿਹਾ ਸੱਚ ਬੋਲਿਆ ਕਰੋ। ਕਿਸੇ ਨੇ ਇਹ ਨਹੀਂ ਕਿਹਾ ਕਿ ਆਪਣੇ ਪੜੋਸੀ ਨੂੰ ਪਿਆਰ ਨਾ ਕਰੋ, ਸਭ ਨੇ ਕਿਹਾ ਪਿਆਰ ਕਰੋ। ਸਹੀ, ਸਾਰਿਆਂ ਦੀਆਂ ਸਿੱਖਿਆਵਾਂ ਮਿਲਦੀਆਂ ਜੁਲਦੀਆਂ ਕਿਉਂ ਨੇ? ਸਾਰਿਆਂ ਦੀਆਂ ਗੱਲਾਂ ਕਿਉਂ ਮਿਲਦੀਆਂ ਜੁਲਦੀਆਂ ਨੇ? मैंने जिवें कि दस्सिया तुहानूं कि बेसिकली इंसानियत एक है और ਜਿਹੜੇ ਨੈਤਿਕ ਮੁੱਲ ਹਨ ਜਿਨ੍ਹਾਂ ਨੂੰ ਆਪਾਂ ਕਨਕਲੂਜ਼ਨ ਵੀ ਕਹਿ ਸਕਦੇ ਹਾਂ ਸਾਰੇ ਧਰਮਾਂ ਦਾ, ਲੁਬੋ ਲਬਾਬ ਨਟ ਸੈਲ ਜਿਹੜਾ ਹੈ ਉਹ ਇੱਕੋ ਹੀ ਹੈ। ਤੋ ਦੁਨੀਆ ਬਦਲਦੀ ਹੈ, ਹਾਲਾਤ ਬਦਲਦੇ ਹਨ ਔਰ ਨਸਲਾਂ ਬਦਲਦੀਆਂ ਹਨ, ਪਰ ਜਿਹੜੇ ਮੁੱਲ ਹਨ ਨੈਤਿਕ ਮੁੱਲ ਹਨ ਉਹ ਕਦੇ ਨਹੀਂ ਬਦਲਦੇ, ਉਹ ਹਮੇਸ਼ਾ ਇੱਕ ਰਹਤੇ ਹਨ। ਇਸੇ ਲਈ ਇਸਲਾਮ ਨੂੰ ਵੀ ਦੀਨ ਫਿਤਰਤ ਕਿਹਾ ਜਾਂਦਾ ਹੈ। ਇਹਨਾਂ ਦਾ ਜਿਹੜੇ ਮੁੱਲ ਹਨ, ਜਿਹੜੇ ਲੁਬ ਲਬਾਬ ਹੈ, ਜਿਹੜਾ ਨਟ ਸੈਲ ਹੈ, ਉਹਦਾ ਨਾਮ ਹੀ ਇਸਲਾਮ ਹੈ। ਇਸਲਾਮ ਦਾ ਅਰਥ ਹੈਗਾ ਰੱਬ ਦੇ ਸਾਹਮਣੇ ਸਮਰਪਿਤ ਹੋਣਾ,
ਰੱਬ ਦੇ ਸਾਹਮਣੇ ਸਮਰਪਿਤ ਹੋਣਾ। ਤਾਂ ਕਹਿੰਦਾ ਇਹੀ ਧਰਮ ਹੈ, ਔਰ ਕੀ ਧਰਮ ਹੈ? ਰੱਬ ਦੇ ਸਾਹਮਣੇ ਸਮਰਪਿਤ ਹੋਣਾ ਚਾਹੀਏ ਤੇ ਇੱਕ ਦੂਜੇ ਦਾ ਹੱਕ ਦਾ ਖਿਆਲ ਰੱਖਣਾ ਚਾਹੀਦਾ। ਲੇਕਿਨ ਅਸੀਂ ਮਜ਼ਹਬ ਨੂੰ ਲੈਤੇ ਫਿਰਕਾ ਵਾਰਾਨਾ ਅੰਦਾਜ਼ ਦੇ ਵਿੱਚ, ਜਿਹੜਾ ਕਿ ਪ੍ਰੋਬਲਮ ਕ੍ਰੀਏਟ ਕਰਦਾ ਹੈ। ਤੇ ਇਸ ਲਈ ਇਸਲਾਮ ਨੂੰ ਕਿਹਾ ਗਿਆ ਇਸਲਾਮ ਰੱਬ ਦੇ ਸਾਹਮਣੇ ਝੁਕ ਜਾਓ ਤੇ ਆਗਿਆ ਪਾਲਨ ਕਰੋ ਰੱਬ ਦੀ, ਬਸ। ਇਹਦੇ ਇਲਾਵਾ ਇਹਨੂੰ ਮੁਹੰਮਦਨਿਜ਼ਮ ਨਹੀਂ ਕਿਹਾ ਗਿਆ, ਨਾ ਹੀ ਇਹਨਾਂ ਨੂੰ ਅਰਬੀਨਿਜ਼ਮ ਕਿਹਾ ਗਿਆ, ਨਾ ਹੀ ਕਿਸੇ ਹੋਰ ਇਜ਼ਮ ਨਾਲ ਇਹਨੂੰ ਐਸੋਸੀਏਟ ਕੀਤਾ ਗਿਆ। ਇੱਕ ਰੱਬ ਦੇ ਸਾਹਮਣੇ ਝੁਕਣ ਦਾ ਨਾਮ ਮਜ਼ਹਬ ਹੈ ਤੇ ਬੰਦਿਆਂ ਦਾ ਹੱਕ ਅਦਾ ਕਰਨ ਦਾ ਨਾਮ ਮਜ਼ਹਬ ਹੈ। ਇਸ ਲਈ ਉਹਨੂੰ ਇਸਲਾਮ ਮਤਲਬ ਸਵੀਕਾਰ ਕਰੋ, ਸਮਰਪਿਤ ਹੋ ਜਾਓ ਰੱਬ ਦੇ ਸਾਹਮਣੇ, ਉਹਦੀ ਆਗਿਆ ਪਾਲਣਾ ਕਰੋ ਇਸ ਤਰ੍ਹਾਂ ਸੇ। तो इस करके ਜਿਹੜੀ ਸਿੱਖਿਆਵਾਂ ਹਨ, ਚूँकि ਇਸਲਾਮ ਵੀ ਇਹੀ ਕਹਿੰਦਾ ਤੇ ਔਰ ਮਜ਼ਹਬ ਵੀ ਇਹੀ ਕਹਿੰਦੇ ਨੇ ਆਪਣੇ ਆਪਣੇ ਖਾਸ ਅੰਦਾਜ਼ ਦੇ ਵਿੱਚ। उनका नट सेल जड़ा है वो एक दूसरे से रिलेट कर रहा है। जो मानव मूल्य हैं जेडे रब ने भी जैसे बंदा जो चाहे वो बदल नहीं रहा आपस दे विच, क्योंकि वो रिक्वायर्ड है इन वो हर जमाने दे विच रिक्वायर्ड है, हर समाज दे विच रिक्वायर्ड है, हर शासन दे विच रिक्वायर्ड है, हर राष्ट्र दे विच रिक्वायर्ड है। इस करके वो एक को जी है। चाहे गीता बांचिए, चाहे पढ़िए कुरान, तेरा मेरा प्यार ही हर ग्रंथ का ज्ञान। ਬੇਸਿਕਲੀ ਸਹੀ ਬਾਤ ਹੈ। ਸੋ ਇਹ ਆਪਸ ਦਾ ਪਿਆਰ ਹੀ ਹੈ ਜੋ ਮੂਲ ਰੂਪ ਦੇ ਵਿੱਚ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੂਲ ਸਿਧਾਂਤ। ਮੈਂ ਤੁਹਾਡੀ ਬਾਤ ਨੂੰ ਹੋਰ ਪਲਸ ਕਰ ਦੇਵਾਂ, ਇਹਦੇ ਵਿੱਚ ਐਡ ਕਰ ਦੇਵਾਂ। ਅਕਬਰ ਇਲਾਹਾਬਾਦੀ ਬਹੁਤ ਅੱਛੇ ਪੁਆਇੰਟ ਹੋਏ ਨੇ। ਉਹ ਕਹਿੰਦੇ ਨੇ ਕਿ ਜਿਹੜਾ ਮਜ਼ਹਬ ਹੈ ਨਾ, ਉਹ ਕਹਿੰਦੇ ਨੇ ਕਿ ਖਿਲਾਫੇ ਗੈਰ ਮਜ਼ਹਬ ਕੇ तो मज़हब जोश रखता है, उमूमन वरना अपने आप को खामोश रखता है। हम जब मज़हब तो चलन की गल आउंदी है ਆਪਾਂ ਪਿੱਛੇ ਹਟ ਜਾਂਦੇ ਨੇ, ਅਮਲ ਦੀ ਜਦ ਗੱਲ ਆਉਂਦੀ ਹੈ, ਜਦੋਂ ਮਜ਼ਹਬ ਦੇ ਨਾਮ ਤੇ ਲੜਨ ਦੀ ਗੱਲ ਆਉਂਦੀ ਹੈ ਆਪਾਂ ਇੱਕ ਦੂਜੇ ਤੇ ਗੱਲ ਜਿਹੜੇ ਕੱਟ ਦਿੰਦੇ ਨੇ। ਜਿਹੜਾ ਉਹੀ ਮਸਲਾ ਹੈਗਾ ਅੱਜ ਤੇ ਭਾਰਤ ਦੇ ਵਿੱਚ ਵੀ ਤੇ ਔਰ ਦੁਨੀਆ ਦੇ ਵਿੱਚ ਵੀ ਇਹ ਇਸ਼ੂ ਹੈਗਾ ਕਿ ਅਸੀਂ ਉਹਨੂੰ ਫਿਰਕਾ ਵਾਰਾਨਾ ਅੰਦਾਜ਼ ਦੇ ਵਿੱਚ ਲੈਂਦੇ ਨੇ, ਉਹਨੂੰ ਸਾਇੰਟੀਫਿਕ ਅੰਦਾਜ਼ ਦੇ ਵਿੱਚ ਨਹੀਂ ਲੈਂਦੇ। ਜੇਕਰ ਮੂਲਾਂ ਨੂੰ ਆਧਾਰਿਤ ਬਣਾ ਕਰ ਸਾਇੰਟੀਫਿਕ ਅੰਦਾਜ਼ ਦੇ ਵਿੱਚ ਧਰਮ ਨੂੰ ਸਮਝਿਆ ਜਾਏ ਤਾਂ ਮੈਂ ਸਮਝਦਾ ਹਾਂ ਕਿ ਸਾਰੇ ਮਜ਼ਹਬ ਇੱਕ ਦੂਜੇ ਨਾਲ ਰਿਲੇਟ ਕਰਾਂਗੇ ਤੇ ਮਜ਼ਹਬ ਕੰਪੀਟੀਸ਼ਨ ਦੇ ਵਿੱਚ ਨਹੀਂ ਹੈ, ਕੰਪਲੀਮੈਂਟੇਸ਼ਨ ਦੇ ਵਿੱਚ ਹੈ। ਇੱਕ ਦੂਜੇ ਨੂੰ ਕੰਪਲੀਟ ਕਰਦੇ ਨੇ ਕੰਪੀਟੀਸ਼ਨ ਦੇ ਵਿੱਚ। ਅਸੀਂ ਉਹਨਾਂ ਨੂੰ ਕੰਪੀਟੀਸ਼ਨ ਆਪਣੇ ਜਿਹੜੇ ਵੈਸਟਡ ਇੰਟਰਸਟ ਹਨ पर्टिकुलरली सियासत के मैदान के नाल उन्होंने रिलेट करके देखते हैं। और आजकल की जो वोट बैंक सियासत है उसने मज़हब का कुछ और ही हाल बना दिता है। तो ये जड़ा है खिलाफ मज़हब है, जड़ा कुछ होर वापर रहा है। तो आप जो सियासतदान के झुंगल के फटे बसे हुए हैं लोग। जी 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 हुण असीं आउणे हाँ कि जो इस्लाम की आइडियोलॉजी की है, इस्लाम की सिक्ख्या की है, क्योंकि ਅਸੀਂ ਇਸ ਗੱਲ ਤੇ ਪਹੁੰਚ ਚੁੱਕੇ ਹਾਂ ਕਿ ਚਾਹੇ ਇਸਲਾਮ ਦੀ ਗੱਲ ਕਰੀਏ ਜਾਂ ਕਿਸੇ ਹੋਰ ਮਜ਼ਹਬ ਦੀ ਗੱਲ ਕਰੀਏ, ਸਿੱਖਿਆਵਾਂ ਇੱਕੋ ਜਿਹੀਆਂ ਨੇ। ਗੱਲ ਇੱਕੋ ਪ੍ਰਭੂ ਦੀ ਹੋ ਰਹੀ ਹੈ, ਇੱਕੋ ਖੁਦਾ ਦੀ, ਇੱਕੋ ਹੀ ਰੱਬ ਦੀ ਹੋ ਰਹੀ ਹੈ, ਇੱਕੋ ਹੀ ਅੱਲਾਹ ਦੀ ਹੋ ਰਹੀ ਹੈ, ਗੋਡ ਦੀ ਹੋ ਰਹੀ ਹੈ। ਸੋ ਇਸਲਾਮ ਦੀ ਆਈਡੀਓਲੋਜੀ ਕੀ ਹੈ, ਇਸਲਾਮ ਸਮਝਾਉਂਦਾ ਕੀ ਹੈ? ਦੇਖੋ ਮੈਨੇ ਅਸੀਂ ਮੈਂ ਦੱਸਿਆ ਆਪਾਂ ਗੱਲ ਕਰ ਰਹੇ ਸੀ ਪਿੱਛੇ ਜੇ ਕਿ ਇਸਲਾਮ ਜਿਹੜਾ ਉਸਦਾ ਅਰਥ ਹੈ ਉਹ ਰੱਬ ਦੇ ਸਾਹਮਣੇ, ਇਸਦੇ ਅਰਥ ਜਿਹੜੇ ਹਨ ਉਹ ਰੱਬ ਦੇ ਸਾਹਮਣੇ ਸਮਰਪਿਤ ਹੋਣਾ ਤੇ ਰੱਬ ਦੀ ਆਗਿਆ ਪਾਲਣ ਕਰਨਾ। ਤੇ ਦੂਸਰਾ ਇਹਦੇ ਅਰਥ ਹਨ ਸ਼ਾਂਤੀ ਅਖਤਿਆਰ ਕਰਨਾ। ਕਿਉਂਕਿ ਜਦੋਂ ਤੁਸੀਂ ਰੱਬ ਨੂੰ ਮੰਨ ਲਿਆ ਤੇ ਤੁਸੀਂ ਸ਼ਾਂਤੀ ਅਖਤਿਆਰ ਕੀ ਆਪਣੇ ਮਨ ਦੇ ਵਿੱਚ। ਫਿਰ ਜਦੋਂ ਇੱਕ ਬੰਦਾ ਜਿਹੜਾ ਹੈ ਉਹ ਇਸਲਾਮ ਦੇ ਉੱਤੇ ਅਮਲ ਕਰਦਾ ਹੈ ਤੇ ਉਹ ਸਮਾਜ ਦੇ ਵਿੱਚ ਸ਼ਾਂਤੀ ਕਾਇਮ ਕਰਦਾ ਹੈ। ਇਸ ਲਈ ਮੁਸਲਮਾਨ ਦੇ ਅਰਥ ਵੀ ਸ਼ਾਂਤੀ ਪ੍ਰਿਯ ਕੇ ਹੈ। ਜਿਹੜਾ ਬੰਦਾ ਰੱਬ ਦਾ ਆਗਿਆ ਪਾਲਕ ਹੈ ਤੇ ਸ਼ਾਂਤੀ ਸਥਾਪਿਤ ਕਰਨ ਵਾਲਾ ਹੈ ਉਹ ਮੁਸਲਮਾਨ ਦਾ ਕੋਈ ਫਿਰਕਾ ਵਾਰਾਨਾ ਲਫ਼ਜ਼ ਅਸੀਂ ਇੱਕ ਕਮਿਊਨਿਟੀ ਦੇ ਤੌਰ ਤੇ ਕਹਿ ਦਿੰਦੇ ਹਾਂ। ਅਦਰਵਾਈਜ਼ ਜਿਹੜੇ ਇਸ ਦੇ ਸ਼ਾਬਦਿਕ ਅਰਥ ਹਨ, ਲਿਟਰੇਰੀ ਅਰਥ ਹਨ, ਉਹ ਇਹ ਕਿ ਉਹ ਬੰਦਾ ਜਿਹੜਾ ਸ਼ਾਂਤੀ ਪ੍ਰਿਯ ਹੈ, ਰੱਬ ਦੇ ਸਾਹਮਣੇ ਝੁਕਣ ਵਾਲਾ ਹੈ ਤੇ ਬੰਦਿਆਂ ਦੇ ਹੱਕਾਂ ਦਾ ਖਿਆਲ ਰੱਖਣ ਵਾਲਾ ਹੈ, ਉਹ ਇਸਲਾਮ ਦੇ ਅਰਥ ਹੁੰਦੇ ਨੇ। ਤੇ ਇਸਲਾਮ ਦੀ ਜਿਹੜੀ ਆਈਡੀਓਲੋਜੀ ਹੈ, ਇਸਲਾਮ ਦਾ ਜਿਹੜਾ ਵਿਚਾਰਧਾਰਾ ਹੈ ਉਹ ਚूँकि गॉड ओरिएंटेड है, इल्हामी है, इस करके वो आम तौर से इंसान के आले दुआले घूमती है। यानी ये रब के आले दुआले घूमती है। रब ਨੂੰ एक है तो बंदे रब के बंदे हैं, सब का ख्याल रखना। इतों तक कि कहते हैं रब जड़ा अपने हकों को माफ़ कर देगा, पर ਜਿਹੜੇ ਬੰਦਿਆਂ ਦੇ ਹੱਕ ਨੇ ਉਹ ਉਹਨਾਂ ਨੂੰ ਮਾफ़ नहीं करेगा जब तक कि बंदे खुद माफ़ ना करन। इतों तक है। इसीलिए कहा गया कि जेकर तुसी बगैर ज़रूरत के एक दरख्त ਨੂੰ भी तुसी वंडिया तो समझो तुसी एक इंसान ਨੂੰ कत्ल करता। जेकर तुसी नाहक तौर ते किसी एक इंसान ਨੂੰ कत्ल करता तो वो कुरान ਦੇ ਵਿੱਚ अल्फाज हैं कि इस तरह है जिवें तुसी पूरी मानवता ਨੂੰ कत्ल कर दिता होवे। तो मानव का ਜਿਹੜਾ खून है वो बहुत इंपॉर्टेंट है, उसका सत्कार रखना, ख्याल रखना इस्लाम का खास संदेश है। कि तुसी बल्कि पड़ोसियों का हक के संबंध में हज़रत मोहम्मद के बारे में तुसी पढ़िया होगा पिछकार, सब लोग इतना कुछ ना कुछ हज़रत मोहम्मद के बारे में लोग जानते हैं। आज असी उदा जन्म दिहाड़ा मना रहे हैं। तो उन्हां दी हालत ये सी कि जेकर कोई बंदा यानी लोग उन्हां ते थूकदे सी, कूड़ा सुट्टदे सी, वो कर, लेकिन वो हमेशा
ਉਹਨਾਂ ਦਾ ਪਿਆਰ ਤੇ ਮੁਹੱਬਤ ਨਾਲ ਜਵਾਬ ਦਿੰਦੇ ਸੀ। ਇੱਕ ਔਰਤ ਦਾ ਜ਼ਿਕਰ ਆਉਂਦਾ ਹੈ ਕਿ ਉਹ ਹਮੇਸ਼ਾ ਉਹਨਾਂ ਦੇ ਰਾਹ ਦੇ ਉੱਤੇ ਕੰਡੇ ਵਿਛਾ ਦਿੰਦੀ ਸੀ, ਉੱਪਰ ਘਰ ਆਪਣੀ ਛੱਤ ਉੱਤੋਂ ਉਹਨਾਂ ਦੇ ਸਿਰ 'ਤੇ ਕੂੜਾ ਸੁੱਟ ਦਿੰਦੀ ਸੀ। ਇੱਕ ਦਿਨ ਇਹ ਹੋਇਆ ਕਿ ਉਹਨਾਂ ਦੇ ਸਿਰ 'ਤੇ ਕੂੜਾ ਨਹੀਂ ਸੁੱਟਿਆ ਗਿਆ ਤੇ ਉਹਨਾਂ ਨੇ ਇਨਕੁਆਇਰੀ ਕੀਤੀ ਕਿ ਉਸ ਬੀਵੀ ਦਾ ਕੀ ਹੋਇਆ ਜਿਹੜੀ ਕਿ ਮੈਨੂੰ ਕੂੜਾ ਸੁੱਟਦੀ ਸੀ, ਤੇ ਲੋਕਾਂ ਨੇ ਦੱਸਿਆ ਕਿ ਉਹ ਬਿਮਾਰ ਹੈ। ਤੇ ਹਜ਼ਰਤ ਮੁਹੰਮਦ ਕਹਿੰਦੇ ਉਹਨਾਂ ਦਾ ਹਾਲ ਪੁੱਛਣ ਲਈ ਉਹਨਾਂ ਦੇ ਘਰ ਗਏ ਕਿ ਬੀਬਾ ਤੁਹਾਡਾ ਕੀ ਹਾਲ ਹੈ, ਕੀ ਮਸਲਾ ਹੈ, ਅੱਜ ਤੁਸੀਂ ਕੂੜਾ ਨਹੀਂ ਡਾਲਿਆ। ਤੇ ਇਸ ਤਰ੍ਹਾਂ ਸੇ ਹਜ਼ਰਤ ਮੁਹੰਮਦ ਰਹਿਮਤ ਸਨ, ਮਾਫ ਕਰਨ ਵਾਲੇ ਸਨ। ਤੇ ਉਹ ਕਹਿੰਦੇ ਸੀ ਕਿ ਉਹਨਾਂ ਨੂੰ ਮਤਲਬ ਇੰਨਾ ਸਤਾਇਆ ਕਿ ਉਹਨਾਂ ਦੇ ਪੈਰ ਲੋਹਲੁਹਾਨ ਹੋ ਗਏ ਸੀ, ਲੋਕਾਂ ਨੇ ਪੱਥਰ ਮਾਰੇ। ਤੇ ਕਹਿੰਦੇ ਫਰਿਸ਼ਤਿਆਂ ਵੱਲੋਂ ਪੁੱਛਿਆ ਗਿਆ ਕਿ ਜੇਕਰ ਤੁਸੀਂ ਚਾਹੋ ਤਾਂ ਅਸੀਂ ਇਹਨਾਂ ਨੂੰ ਰੱਬ ਵੱਲੋਂ ਇਹਨੂੰ ਅਜ਼ਾਬ ਦਿੱਤਾ ਜਾਏ। ਉਹਨਾਂ ਕਹਾ ਨਹੀਂ, ਮੈਂ ਰਹਿਮਤ ਬਣ ਕੇ ਆਇਆ, ਲੋਕਾਂ ਲਈ ਮੁਸੀਬਤ ਬਣ ਕੇ ਨਹੀਂ ਆਇਆ। ਜੇਕਰ ਇਹ ਲੋਕ ਮੈਨੂੰ ਨਹੀਂ ਮੰਨਦੇ, ਇਹ ਮੈਨੂੰ ਪੈਗੰਬਰ ਵਜੋਂ ਪਹਿਚਾਨ ਨਹੀਂ ਰਹੇ, ਤੇ ਕੋਈ ਗੱਲ ਨਹੀਂ, ਹੋ ਸਕਦਾ ਇਹਨਾਂ ਦੀ ਆਉਣ ਵਾਲੀ ਨਸਲ ਜਿਹੜੀ ਹੋਗੀ ਉਹ ਹੱਕ ਨੂੰ ਪਹਿਚਾਨੇਗੀ, तो उस नेक रस्ते पर चलने वाली बनेगी, तो मैं इन्हां नाल इंतकाम नहीं लेंदा, मैं इन्हां नूं माफ़ करना है। इस तरह का एक अंदाज सी हज़रत मुहम्मद दा, ते यही इस्लाम दा मैसेज है। सो प्रोफैसर साहब एक नात दा आनंद माणदे हां, हाँ, उस तो बाद असी इसी तरह अपनी गलबात जारी रखांगे। जी ज़रूर। पढ़िए सल्लल्लाहु अलैका या रसूल अल्लाह वसल्लम अलैका या हबीब अल्लाह। अपने किरदार से आलम को सजाने वाले हक़ का पैगाम ज़माने को सुनाने वाले अपने किरदार। शेर सुनिएगा। कैसे भूलेंगे जहाँ वाले ये एहसान तेरा, शम्मा ईमान की सीनों में जलाने वाले हक़ का पैगाम। तेरी रहमत से तो वो लोग भी महरूम न थे जो तेरी राह में कांटे थे बिछाने वाले, जो तेरी राह में कांटे थे बिछाने वाले हक़ का पैगाम। क्या डुबो पाएंगी तूफान की मौजें उसको, जिस सफीने
محمد ہوں بچانے والے، جس سفینے کو محمد ہوں بچانے والے، اپنے کردار مجھ کو بھی حشر میں حاصل ہو شفاعت تیری، ہم کو بھی حشر میں حاصل ہو شفاعت تیری، پار اسلام کی کشتی کو لگانے والے۔ عید میلاد دی ایک بار پھر تو بہت بہت ਮੁਬਾਰਕਬਾਦ। ਸੋ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਮੁਹੰਮਦ ਹਬੀਬ ਸਾਹਿਬ। ਅਸੀਂ ਉਹਨਾਂ ਨਾਲ ਗੱਲਬਾਤ ਜਾਰੀ ਕਰਦੇ ਹਾਂ। ਜਦੋਂ ਵੀ ਅਸੀਂ ਸਿੱਖਿਆਵਾਂ ਦੀ ਗੱਲ ਕਰਦੇ ਹਾਂ ਤੇ ਕਹਿੰਦੇ ਹਾਂ ਕਿ ਮੁਹੰਮਦ ਸਾਹਿਬ ਤੇ ਬਹੁਤ ਹਜ਼ਾਰ ਸਾਲ ਪਹਿਲਾਂ ਹੋਏ ਨੇ, ਅੱਜ ਦਾ ਜ਼ਮਾਨਾ ਹੋਰ ਹੈ, ਪਹਿਲਾਂ ਦਾ ਜ਼ਮਾਨਾ ਹੋਰ ਸੀ। ਕਿਤੇ ਕਿਤੇ ਮੈਨੂੰ ਲੱਗਦਾ ਕਿ ਜ਼ਮਾਨੇ ਤੇ ਹਮੇਸ਼ਾ ਹੀ ਇੱਕੋ ਜਿਹੇ ਹੀ ਹੁੰਦੇ ਨੇ, ਉਹੋ ਜਿਹੇ ਲੋਕ ਉਦੋਂ ਹੁੰਦੇ ਨੇ, ਉਹੋ ਜਿਹੇ ਲੋਕ ਅੱਜ ਨੇ। ਉਹੀ ਪ੍ਰੋਸੈਸ ਚੱਲਦਾ ਰਹਿੰਦਾ ਹੈ। ਫਿਰ ਤੋਂ ਜਹਾਲਤ ਆਉਂਦੀ ਹੈ, ਫਿਰ ਤੋਂ ਪੈਗੰਬਰ ਸਾਹਿਬ ਆਉਂਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਫਿਰ ਜਦੋਂ ਜਹਾਲਤ ਦਾ ਦੌਰ ਆਉਂਦਾ ਉਸ ਤੋਂ ਬਾਅਦ ਫਿਰ ਪੈਗੰਬਰ ਸਾਹਿਬ ਆਉਂਦੇ ਨੇ, ਕਿਉਂਕਿ ਹਮੇਸ਼ਾ ਇਨਸਾਨੀ ਸਮਾਜ ਨੂੰ ਜਾਗਰਤ ਕਰਨ ਦੀ ਲੋੜ ਪੈਂਦੀ ਰਹਿੰਦੀ ਹੈ। ਅੱਜ ਦੇ ਜ਼ਮਾਨੇ ਦੇ ਵਿੱਚ ਮੁਹੰਮਦ ਸਾਹਿਬ ਦੀਆਂ ਸਿੱਖਿਆਵਾਂ ਕਿੱਥੇ ਖੜੀਆਂ ਨੇ, ਕਿੰਨੀਆਂ ਰੈਲੇਵੈਂਟ ਨੇ? ਤੁਸੀਂ ਗੱਲ ਕੀਤੀ ਹਜ਼ਰਤ ਮੁਹੰਮਦ ਦੀ ਸਿੱਖਿਆਵਾਂ ਅੱਜ ਦੇ ਜ਼ਮਾਨੇ ਦੇ ਵਿੱਚ। ਦੇਖੋ ਇਹ ਗੱਲ ਤੁਹਾਡੀ ਠੀਕ ਹੈ ਕਿ ਹਾਲਾਤ ਅੱਛੇ ਔਰ ਬੁਰੇ ਹਾਲਾਤ ਹਰ ਜ਼ਮਾਨੇ ਦੇ ਵਿੱਚ ਹੁੰਦੇ ਨੇ। ਜ਼ਮਾਨਾ ਬਦਲਦਾ ਹੈ ਫਿਜ਼ੀਕਲੀ, ਪਰ ਜਿਹੜਾ ਵੈਲਿਊਜ਼ ਹੈ ਉਹਨਾਂ ਦੇ ਸੰਬੰਧ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਵੈਲਿਊਜ਼ ਹਮੇਸ਼ਾ ਇੱਕੋ ਜਿਹੀ ਹੁੰਦੀ ਹੈ, ਉਹਨਾਂ ਦੀ ਹਮੇਸ਼ਾ ਲੋੜ ਰਹਿੰਦੀ ਹੈ। ਹਜ਼ਰਤ ਮੁਹੰਮਦ ਨੇ ਜਿਹੜੀ ਆਪਣੀ ਸਿੱਖਿਆਵਾਂ ਪ੍ਰਸਤੁਤ ਕੀ, ਉਹਨਾਂ ਨੂੰ ਕਿਹਾ, ਉਹਨਾਂ ਨੇ ਕੁਰਾਨ ਦੇ ਸ਼ਬਦਾਂ ਵਿੱਚ ਦੀਨ ਫਿਤਰਤ, ਦਾ ਵੇ ਆਫ ਨੇਚਰ ਜੀ, ਤੇ ਉਹਨਾਂ ਨੇ ਗਾਈਡ ਜਿਹੜਾ ਕੀਤਾ ਇਨਸਾਨਾਂ ਨੂੰ, ਉਹ ਵੀ ਕਿਹਾ ਕਿ ਨੇਚਰ ਦਾ ਤਰੀਕਾ ਇਖਤਿਆਰ ਕਰੋ। ਅਸੀਂ ਜਿਹੜੇ ਜ਼ਮਾਨੇ ਦੇ ਵਿੱਚ ਪ੍ਰੋਬਲਮ ਆਤੀ ਹੈ, ਜਿਹੜੀ ਫਿਸਾਦ ਹੁੰਦਾ ਹੈ, ਉਹ ਹੋਤਾ ਜਦੋਂ ਆਪਾਂ ਨੇਚਰ ਤੋਂ ਵੱਖ ਹੋ ਕਰ ਜੀਵਨ ਗੁਜ਼ਾਰਨਾ ਸ਼ੁਰੂ ਕਰਦੇ ਨੇ, ਜਾਂ ਸਮਾਜ ਕੋਈ ਵੀ ਸਮਾਜ ਜਦੋਂ ਉਹ ਇਨਸਾਫ ਤੋਂ ਹਟ ਜਾਂਦਾ ਹੈ ਔਰ ਇੱਕ ਇਸ ਤਰ੍ਹਾਂ ਦਾ ਰਵੱਈਆ ਇਖਤਿਆਰ ਕਰਦਾ ਹੈ ਜਿਸ ਦੇ ਵਿੱਚ ਅਤਿਆਚਾਰ ਤੇ ਜਾਤੀ ਵੱਧ ਜਾਂਦੀ ਹੈ, ਉਸ ਵੇਲੇ ਹੀ ਨੈਤਿਕ ਮੁੱਲ ਚੇਤੇ ਆਉਂਦੇ ਨੇ। ਔਰ ਉਸੀ ਚੀਜ਼ ਨੂੰ ਵਾਰਨ ਕਰਨ ਲਈ ਜਾਂ ਸੂਚਨਾ ਦੇਣ ਲਈ ਜਾਂ ਉਹਨਾਂ ਨੂੰ ਆਗਾਹ ਕਰਨ ਲਈ ਤੇ ਉਹਨਾਂ ਨੂੰ ਗਾਈਡ ਕਰਨ ਲਈ ਪੈਗੰਬਰ ਆਉਂਦੇ ਨੇ। ਤੇ ਹਜ਼ਰਤ ਮੁਹੰਮਦ ਨੇ ਜਿਹੜੀ ਸਿੱਖਿਆਵਾਂ ਪ੍ਰਸਤੁਤ ਕੀ, ਉਹਨਾਂ ਨੂੰ ਦੀਨ ਫਿਤਰਤ ਕਿਹਾ, ਤੇ ਅੱਜ ਵੀ ਉਹ ਉਨੀ ਹੀ ਰਿਲੇਵੈਂਟ ਨੇ ਜਿਵੇਂ ਕਿ ਉਸ ਜ਼ਮਾਨੇ ਦੇ ਵਿੱਚ ਸੀ। ਜਿਵੇਂ ਇਨਸਾਫ ਕਾਇਮ ਕਰਨਾ, ਉਹਨਾਂ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਅਵਲੇ ਦੀ ਇਨਸਾਫ ਕਰਨਗੇ। ਜੇਕਰ ਇਨਸਾਫ ਹੋਏਗਾ ਤਾਂ ਸ਼ਾਂਤੀ ਹੋਏਗੀ, ਜੇ ਇਨਸਾਫ ਨਹੀਂ ਹੋਏਗਾ ਤਾਂ ਅਸ਼ਾਂਤੀ ਪੈਦਾ ਹੋਏਗੀ, ਕਿਉਂਕਿ ਬਾਈ ਪ੍ਰੋਡਕਟ अशांति पैदा होगी। तो इस करके शांति लाई उन्होंने कहा शांति कायम करो। दूसरा, इंसान को इज्जत दो, इज्जत दो। कहते हैं उन्होंने कहा कि 3 चीज़ों को आम करो। कहते हैं कि सलाम, लोगों को सलाम करो। सलाम मतलब शांति हो, लोगों को दुआ है अपने आप में। सलाम, सलाम को आम करो। और इकराम को आम करो, इज्जत, लोगों की इज्जत, लोगों को इज्जत दो। और तीसरा कहा ताम को आम करो। ताम मतलब खाना, लंगर, लोगों की भुख जड़ी है उन्होंने किसी तरह से ख़त्म करो, उन्होंने लोड़ ਨੂੰ पूरा करो। ਇਹਦੇ ਵਿੱਚ ਇੱਕ ਤਰ੍ਹਾਂ ਸੇ ਪੂਰਾ ਫਲਸਫਾ ਬਿਆਨ ਹੋ ਜਾਂਦਾ ਹੈ ਕਿ ਲੋਕਾਂ ਨੂੰ ਇੱਜ਼ਤ ਚਾਹੀਦੀ ਹੈ। ਦੁਬਾਰਾ ਦੱਸੋਗੇ ਜ਼ਰਾ? ਸਲਾਮ, ਸਲਾਮ ਨੂੰ ਆਮ ਕਰੋ ਔਰ ਇਕਰਾਮ ਨੂੰ ਆਮ ਕਰੋ, ਲੋਕਾਂ ਦੀ ਇੱਜ਼ਤ। ਸਲਾਮ, ਇਕਰਾਮ ਤੇ ਤਾਮ, ਖਾਣਾ, ਖਾਣੇ ਨੂੰ ਆਮ ਕਰੋ ਲੋਕਾਂ ਨੂੰ, मतलब लोगों की लोड़ न पूरी करो, ज़रूरत न पूरी करो। एक दूसरे से काम हो, कहते कि अल्लाह के बंदो एक दूसरे से मुँह ना फेरा करो, एक दूसरे से सामने उसकी इज्जत दो, उन्हें ख्याल करो। नफ़रत में उससे मुँह ना फेरो, उससे जलसी ना करो, उहदे नाल नफ़रत ना करो। यहाँ तक कि एक बार किसी का जनाजा जा रहा सी का, बल्कि वो उन्होंने उसमें सी हज़रत मोहम्मद उहदे एहतराम दे विच खड़े हो गए।
انہوں نے کہا کسی نے کہا کہ یہ تو مانتے نہیں سی تھوڑے دشمن سی یا اس طرح وہ کہتے کوئی گل نہیں انسان ہے نا انسان کو عزت دینی چاہیے عزت دینا انسان وہ ضروری ہے وہ آدم دی سنتان ہے رب دا بندہ ہے تے رب نے انسان کے اندر اپنا ایک خاص جو ایک روح جو ہے ایک آتما جو پیدا کی وہ قابل قدر ہے قرآن نے بھی کہا ہے کہ ہم نے انسان آدم کے بیٹے کو عزت بخشی زمین پہ سمندروں میں اور ہواؤں میں اس کو عزت بخشی اور وہ سواریاں کرتا ہے اور سمندروں میں گھومتا ہے اس کو ہم نے ایک وہ دیا لیکن جو فساد بھی برپا ہے دنیا میں وہ بھی انسان کر کے وہ انسان نے کہتا ہے کہ سمندروں میں زمین میں اور اس میں ہواؤں میں انسان کے اعمال کی وجہ سے فساد برپا ہے تو اس جو حضرت محمد کی جڑی شکشا ہے وہ کہتے ہیں کہ اے فساد نو چھڑ دیو کھاؤ پیو پر اشراف نہ کرو یہ قرآن کے لفظ ہیں کھاؤ پیو اشراف نہ کرو برباد نہ کرو چیزیں کھاؤ پیو ونڈو دیکھو ان کو جیو خدا کے شکر گزار کر بنو پر انہوں برباد نہ ضائع نہ کرو اس لیے کہا کہ قرآن کے الفاظ ہیں حضرت محمد کے ذریعے جڑے دسے گئے ہیں انہوں کی شکشاؤں میں یہ ہے گا کہ رب والوں راستہ دکھا دیا گیا اب تمہارے اوپر ہے کون شکر گزار بنتا ہے کون ان کو چھوڑ دیتا ہے نا شکرہ بنتا ہے یہ قرآن ان کی شکشا ہے کہ پیغمبر والوں پیغام دے دیتا گیا اب تھوڑے ہوتے اب وہ جڑا اس وقت جڑی انسانیت کو دیتا گیا آج بھی انہیں ریلیونٹ ہے ایک وہ چیتے رہنی چاہیے گل حضرت محمد نے اور قرآن نے ہمیشہ انسان کو انسان ہیومن بینگ کے طور پہ ایڈریس کیتا ہے اربوں اس طرح ایڈریس نہیں کیتا یا فلاں کی نسل کے لوگوں اس طرح ایڈریس نہیں کیتا یہ کہتا اے یا ایھا الانسان اے لوگو یا کہا کہ اے آدم دے بچوں تسی تانوں یہ گل نہیں سمجھ آؤندی کہ تسی انصاف کرنا چاہیے تسی جاتی نہیں کرنی چاہیے تسی اپنے رب نو پہچاننا چاہیے تسی پڑوسیوں دے حق دا خیال رکھنا چاہیے تسی انہاں چیز مطلب اس طرح سے قرآن جڑا حضرت محمد کے ذریعے ایڈریس دیتا گیا ایک دوسرا حضرت محمد نے یونٹی کے اوپر بہت زور دیتا ایکتا کے اوپر اس لیے نماز میں آپ دیکھیں لائن بنا کے لوگ کھڑے ہوتے ہیں کہ وہ کہتے ہیں موڈے سے موڈے ملا کے کھڑے ہو ایک دوسرے سے نفرت نہ کرو چھوا چھوت نہ کرو ان کا کسی کالے کو کسی گورے پر کوئی اہمیت نہیں کسی گورے کو کسی کالے پہ کوئی اہمیت نہیں ہے تم سب آدم کی اولاد ہو اور آدم مٹی سے پیدا ہوئے ایک تم سب آدم کے بچے ہو اور آدم مٹی سے پیدا کیے ہو جو تمہاری نسلیں اور تمہاری قومیں الگ الگ بنائی گئی وہ پہچاننے کے لیے اور رب کے نزدیک تم میں عزت دار وہ ہے جو نیکی میں سب سے اعلیٰ ہے نیکی میں سب سے اوپر کرائٹیریا نیکی کا قرار دیا اس لیے جیون کا جڑا مقصد ہے خدا کے طرف سے قرآن کی طرف سے یہ کہا گیا حضرت محمد کی طرف سے ایک امتحان ہے رب بولنو سانو ایک امتحان دے وچ ڈالا گیا ہے اسی اس امتحان دے وچ پاس ہو کر اپنے رب کی طرف لوٹنا ہے اور یہ امتحان سب کے لیے الگ الگ ہوتا ہے کسی کے پاس حالات کس طرح کے ہیں کسی کے پاس حالات کس طرح کے ان چیلنجز میں وہ رب کا شکر گزار بندہ بن کے جی کے واپس آئے رب کی طرف اور وہ ایک اچھے اثرات اور اچھے پربھاؤ دنیا میں چھوڑ کے جائے یہ مقصد ہے اور یہ ریلیونٹ ہے آج کے زمانے دے وچ عید میلاد اسی مناؤنے کس طرح ہاں کیونکہ عید الفطر سانو پتہ ہے عید الاضحیٰ سانو پتہ ہے عید میلاد کس طرح سیلیبریٹ کرتے ہیں ایک نے اسلام دے وچ حضرت محمد کی طرف سے جڑی گلاں دسی گئی انہاں دے وچ یہ ہے کہ تسی اپنا جڑا انداز ہے وہ جڑا سمپل رکھو عید جڑی دو عیداں اگر تسی ذکر کیتا وہ دے وچ بھی نماز پڑھتے ہیں رب نو یاد کرتے ہیں تے لوکاں نال گلے ملتے ہیں تے لوکاں دے جڑے گلے سکھے انہاں نوں دور کرتے ہیں انہاں دے گھر جاؤندے ہیں انہاں نوں سلام کرتے ہیں انہاں نال کھانا پینا کھاؤندے ہیں تے اپنا گھر انہاں نوں سدتے ہیں انہاں نال کچھ کھانا پینا ہو جاتا ہے سمپل چیز جیسے سیویاں وہ یہ ہو گیا اسلام کا جو طریقہ ہے نا وہ کہتا ہے غریباں نال ریلیٹ کرو آپ تسی اتنی زیادہ اپنا وہ نہ دکھاؤ لیونگ سٹینڈرڈ لوگوں کو کہ دوسرے لوگ ہومیلیٹڈ فیل کرنے لگے انفیریئر فیل کرنے لگے اس لیے کہ سمپل طریقے سے مناؤ اس لیے اسلام مطلب جب دیکھو نا عیدوں کے جڑی عید الاضحیٰ عید الفطر بہت سمپل چیزیں بنائی جاندی ہیں تے سیویاں ہو گئی کھیر ہو گئی یہ ہو اس طرح سے ایسے یہ جڑی عید ہے عید میلاد عید وچ بیسیکلی اس پہ فوکس رہتا ہے کہ اسی حضرت محمد کا جو جیون درشن ہے جیون کا آدرش ہے اس آدرش کو اپنی زندگی کا حصہ بنائیں اور اس سے زیادہ ٹریبیوٹ اس سے بڑا کوئی نہیں ہو سکتا ان کو کہ اس کی زندگی کا کوئی ایک عمل ہم اپنی زندگی میں شامل کر لیں تو اس میں عام طور سے یہ خوشی ہوتے ہیں لوگ اور پروگرامز ہوتے ہیں اور لوگ جڑے حضرت محمد کے جیون کے بارے میں ذکر کر کے اپنے زندگی کو میں اس روشنی کو لان دی کچھ نہ کچھ کوشش کرتے ہیں کہ وہ جڑا جیون جانچ ہے وہ جڑے جیون ہے جڑا انداز سی وہ ساڈے وچ آئے تو ساری زندگی بھی ایک اس طرح کا نمونہ بن جائے اسلام دے وچ جڑے آدرس ہیں وہ حضرت محمد ہیں
ਤੇ ਜਿਹੜੇ ਸ਼ਬਦ ਹਨ, ਜਿਹੜੇ ਆਈਡਲ ਵਰਡਸ ਹਨ, ਉਹ ਕੁਰਾਨ ਸ਼ਰੀਫ ਹਨ। ਤੇ ਇਸ ਲਈ ਇਸਲਾਮ ਦੇ ਵਿੱਚ ਕਿਸੇ ਔਰ ਬਾਦਸ਼ਾਹ ਕੋ ਜਾਂ ਕਿਸੇ ਉਸਕੋ ਆਈਡਲ ਨਹੀਂ ਮਾਨਿਆ ਗਿਆ। ਹਜ਼ਰਤ ਮੁਹੰਮਦ ਨੂੰ ਜਿਹੜੇ ਹਨ ਉਹਨਾਂ ਨੂੰ ਆਦਰਸ਼ ਮੰਨਿਆ ਗਿਆ ਹੈ ਤੇ ਉਹਨਾਂ ਦੇ ਜੀਵਨ ਆਦਰਸ਼ ਨੂੰ ਆਪਣੀ ਜ਼ਿੰਦਗੀ ਵਿੱਚ ਪੈਦਾ ਕਰਨ ਲਈ ਅੱਜ ਕੇ ਦਿਨ ਉਨਕੀ ਪੈਦਾਇਸ਼ ਕੇ ਮੌਕੇ 'ਤੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ, ਤਾਂ ਕਿ ਅਸੀਂ ਵੀ ਉਹਨਾਂ ਦੇ ਜੀਵਨ ਨੂੰ, ਜਿਹਨੂੰ ਕਿ ਸੁन्नत कहा जाता है, तरीका कहा जाता है, एक आदर्श लाइफ किया जाता है कि वो उसके मुताबिक जीवन को, क्योंकि हज़रत मोहम्मद अगर देखा जाए वो एक पैगंबर के तौर पे भी हैं, एक एम्परर के तौर पे भी हैं, एक वॉरियर के तौर पर भी हैं, एक ऑरेटर के तौर पे भी हैं। तो ये सारे एक फैमिली लाइफ भी वो जी रहे हैं, एक हसबैंड के तौर पर किस तरह हैं, उन्होंने दे जीवन का हर पक्ष जड़ा ने एक आदर्श नूं शो करता है। तो उहदे विच उन्होंने एक स्टैंडर्ड, एक बंचमार्क दिता है मानवता वास्ते कि इस तरह से तुसी हक अदा करने हैं मानवता। तो इस करके ये जिहड़ी ईद मिलाद है, इसनूं मनाउण दा जिहड़ा मनोरथ है और मकसद है वो है कि असी भी जिंदगी दे विच उस तरह के आदर्श बनीए कि आपां एक पड़ोसी नूं ਦਾ ਹੱਕ ਅਦਾ ਕੀਜੀਏ, ਉਹਨੂੰ ਗਲੇ ਲਗਾਈਏ, ਉਹਨੂੰ ਮਾਫ ਕੀਜੀਏ, ਉਹਦੀ ਕੋਤਾਹੀਆਂ ਨੂੰ, ਤੇ ਸਾਰੇ ਮਾਨਵਤਾ ਨਾਲ ਪ੍ਰੇਮ ਕਰੀਏ। ਮੈਨੂੰ ਇੱਕ ਗੱਲ ਸਮਝ ਆਉਂਦੀ ਹੈ ਪ੍ਰੋਫੈਸਰ ਸਾਹਿਬ ਕਿ ਜਦੋਂ ਵੀ ਅਸੀਂ ਇਹ ਸਾਰੀਆਂ ਸਿੱਖਿਆਵਾਂ ਦੀ ਗੱਲ ਕਰਦੇ ਹਾਂ, ਚਾਹੇ ਕਿਸੇ ਵੀ ਧਰਮ ਦੀ ਸਿੱਖਿਆ ਹੋਵੇ, ਚਾਹੇ ਸੰਦੇਸ਼ ਹੋਣ ਪੈਗੰਬਰਾਂ ਦੇ, ਉਹ ਸਾਰੇ ਦੀ ਸਾਰੀ ਗੱਲ ਹਿਊਮਨ ਰਾਈਟਸ ਤੇ ਆਉਂਦੀ ਹੈ, ਐਗਜ਼ੈਕਟਲੀ ਮਨੁੱਖੀ ਹੱਕਾਂ ਤੇ ਆਉਂਦੀ ਹੈ, ਤੇ ਨਾਲ ਪੰਛੀ ਪਰਿੰਦਿਆਂ ਦੇ ਹੱਕ, ਜਾਨਵਰਾਂ ਦੇ ਹੱਕ, ਪਾਣੀ 'ਚ ਰਹਿਣ ਵਾਲੇ, ਹਵਾਵਾਂ 'ਚ ਰਹਿਣ ਵਾਲੇ, ਮਤਲਬ ਵਨਸਪਤੀ ਦੇ ਹੱਕ, ਕੁਦਰਤ ਦੇ ਹੱਕ, ये सारे जीवां दे हक्कां दी गल हो रही है, मैनू ये लगता है। एग्जैक्टली देखो, वो एक शेर किसी ने कहा है कि मज़हब की परख मंदिर व मस्जिद में नहीं है, मज़हब की परख मंदिर व मस्जिद में नहीं है, दरबार में देख, बाज़ार में देख उसके अमल को। यानी बंदा दरबार में किस तरह से है और बाज़ार में किस तरह से है, ये दो क्राइटेरिया बताए कि हम लोग आमतौर से सियासतदान के साथ बहुत चापलूस बन जाते हैं, है ना, हुकूमत के साथ हम लोग झुक जाते हैं, ਜਿਹੜੇ ਆਪਾਂ भूल जाते हैं कि ਸਾਡੇ ਕੋਈ ਆਦਰਸ਼ ਵੀ ਹੈਗੇ। ਤੇ ਬਾਜ਼ਾਰ ਦੇ ਵਿੱਚ ਲੈਣ ਦੇਣ ਦੇ ਵਿੱਚ किस तरह का आप बर्ताव करते हैं। वो कुरान में कहा है कि तुसी हमेशा ਜਦੋਂ किसी से लेते हो तो वध लेंदे हो और जब किसी ਨੂੰ ਦਿੰਦੇ ਹੋ ਘੱਟ ਦਿੰਦੇ ਹੋ। अब तुसी तोल ਦੇ ਵਿੱਚ अपनी तराजू ਨੂੰ सीधा रखो, इंसाफ कायम करो। इस तरह से कहा है इंसाफ, जिन्ना इंसाफ कायम होएगा उन्ना ज़्यादा मज़हब जड़ा है वो सार्थक होएगा। तो मज़हब बेसिकली मनाउण दा ते सैलीब्रेशन दा नाम नहीं है, या किसी खास किस्म के रंगां दा, किसी खास किस्म के फलां दा नाम नहीं है, किसी खास किस्म की बिल्डिंगां दा नाम नहीं है। वो तो जीवन के मूल्य हैं, ज़िंदगी में आएंगे उन्ना ही असी धार्मिक होंगे, ज़िंदगी में नहीं आएंगे तो उतनी अधार्मिक होंगे। साढ़े वास्ते ना फिर पैगंबरां दा कोई मूल होएगा तो ना धर्मां दा कोई इंपोर्टेंस होएगी। जेकर जिंदगी दे विच वो मूल नहीं आए तो वो धर्म ग्रंथां विच बंद होकर रह जाणगे ते असी जिहड़े महापुरुष हैं उन्हां नूं मत्था टेक के खामोश हो जाएंगे तो साड़ा जीवन जैसा सी उस तरह का ही रहेगा। लेकिन जेकर असी सही मायने में महापुरुषों को समझना है, धर्म ग्रंथों समझना है तो उन्हां दे आदर्श नूं अपनी जिंदगी का हिस्सा बनाना है। तो नई नस्ल नूं भी खास तौर से ये पैगाम देना है कि भाई तुसी रंगां दे विच मजहब नूं ना देखो, फलां दे विच ये फल फलां दे नाम जुड़ा हुआ है, ये जानवर फलां दे मजहब नाल जुड़ा है, फलां जानवर उहदे नाल जुड़ा हुआ है। इस तरह की चीज़ां तो ऊपर उठ के मजहब नूं जिंदगी के व्यवहार का हिस्सा बनाओ। तो एक मजहब नूं समझण लई एक साइंटिफिक एटीट्यूड इख्तियार करो। हज़रत मोहम्मद के ज़रिए कुरान में कहा गया है कि जेकर तुहाडे बापजादा जाहिल से तो तुसी जाहिल रहोगे, कि तुसी रोशनी नहीं इख्तियार करोगे, कि पुराना अंदाज़ इख्तियार करोगे, नवा अंदाज़ इख्तियार करो। तो नवे अंदाज़ नाल चीज़ां नूं समझो तो आइडियल किहड़े हन, की होना चाहिए। जेकर पीछे मिसटेक हुई हैं कि तुसी भी अगेन मिसटेक करोगे। असी जिंदगी नूं खूबसूरत बनाना है तो माइनस नूं प्लस दे विच बदलना है, तो अशांति नूं शांति विच बदलना है, तो अमन कायम करना है। तो नाल ही मतलब ना सिर्फ मानव के हक दा बल्कि जानवरों के हक का, तो दरख्तां के हक का, इन्वायरमेंट की भी बड़ी समस्या है कि आजकल इन्वायरमेंट नूं बचाना है। तो बहुत सारे जिहड़े जानवर हैं उन्हां दी नस्लां खत्म हो रही हैं, उन्हां नूं बचाना है। जेकर फ्लोरा एंड फौना खत्म हो गया तो मानवता कित्थे रहेगी। तो मानवता जिहड़ा मानव समाज है उन्होंने खूबसूरत बनाना है ताकि आउण वाली जिहड़ी अपनी नस्ल है वो एक खुशहाल जिंदगी जी सके, एक अच्छा संसार उन्होंने आप छड्ड के जाइए। तो यही पैगाम है हज़रत मुहम्मद का, तो इस्लाम का भी। शांति रखिए, सलामती रखिए, एक दूसरे के नाल मोहब्बत रखिए। तो मैं समझता हूँ कि ये ईद मिलाद का ये सबसे बड़ा पैगाम है लोगों का। यही पैगाम, यही संदेश है। बिल्कुल। सो हज़रत मुहम्मद साहब, इसका अर्थ ये होया कि साढ़े सारियां दे सांझे ने, सांझे हैं। और जो कुरान शरीफ है, इस्लाम है, वो साडा सारियां दा सांझा है। बिल्कुल बिल्कुल।
ਦੇਖੋ ਇਸਲਾਮ ਦੇ ਵਿੱਚ ਰੱਬ ਨੂੰ ਕਿਹਾ ਰੱਬੁਲ ਆਲਮੀਨ, ਸਾਰੇ ਜਹਾਨ ਦਾ ਰੱਬ। ਅੱਲਾ ਜਿਹੜਾ ਲਫ਼ਜ਼ ਹੈ ਨਾ ਉਹ ਸਿਰਫ ਅੱਲਾ ਦਾ ਮਤਲਬ ਹੈ ਦਾ ਗੋਡ। ਅਰਬਿਕ ਦੇ ਵਿੱਚ ਅੱਲਾ ਦਾ ਅਰਥ ਹੈ ਦਾ ਗੋਡ, ਬਸ। ਇਹ ਕੋਈ ਖਾਸ ਨਹੀਂ ਹੈਗਾ। ਅੱਲਾ ਦਾ ਰੱਬ ਜਿਹੜਾ ਹੈ ਉਹਦਾ ਕੋਈ ਕਿਸੇ ਨਾਮ ਦੇ ਵਿੱਚ ਉਹਨੂੰ ਕੈਦ ਨਹੀਂ ਕੀਤਾ ਜਾ ਸਕਦਾ, ਨਾ ਕਿਸੇ ਮੁਕਾਮ ਦੇ ਵਿੱਚ ਉਸਨੂੰ ਕੈਦ ਕੀਤਾ ਜਾ ਸਕਦਾ। तो रब के लिए इस्तेमाल है रब्बुल आलमीन, सारे जहान का जड़ा रब है। और हज़रत मोहम्मद ने लिखा रहमतुल लिल आलमीन, सारे जहान वास्ते रहमत, शांति ते सलामतियाँ। तो इस करके वो अपने आप ਨੂੰ ਪੂਰੀ ਮਾਨਵਤਾ ਨਾਲ ਰਿਲੇਟ ਕੀਤਾ ਗਿਆ ਕੁਰਾਨ ਦੇ ਵਿੱਚ ਵੀ ਤੇ ਹਜ਼ਰਤ ਮੁਹੰਮਦ ਦੀ ਸਿੱਖਿਆਵਾਂ ਦੇ ਵਿੱਚ ਵੀ। ਤੇ ਅੱਜ ਜਿਹੜਾ ਈਦ ਮਿਲਾਦ ਦਾ ਪ੍ਰੋਗਰਾਮ ਹੈ, ਅੱਜ ਆਪਾਂ ਇੱਥੇ ਜਿਹੜੀ ਗੱਲਬਾਤ ਕੀਤੀ ਹੈ, ਇਹਦੇ ਵਿੱਚ ਵੀ ਇਹ ਮੈਸੇਜ ਦਿੱਤਾ ਜਾਂਦਾ ਕਿ ਇਹ ਸਭ ਦਾ ਸਾਂਝਾ ਹੈ, ਇਹ ਕਿਸੇ ਫਿਰਕਾ ਵਾਰੀਅਤ ਦੀ ਕੈਦ ਦੇ ਵਿੱਚ ਨਹੀਂ ਹੈ। ਮੁਸਲਮਾਨਾਂ ਦੀ ਇਹਦੇ ਵਿੱਚ ਕੋਈ ਇਜ਼ਾਰਾਦਾਰੀ ਨਹੀਂ ਹੈ। ਉਹ ਕਹਿੰਦੇ ਨੇ ਕਿਸੇ ਦਾ ਸ਼ੇਰ ਹੈ ਨਾ ਕਿ इश्क हो जाए किसी से कोई चारा तो नहीं, मोहम्मद पर सिर्फ मुसलमानों का इजारा तो नहीं। क्योंकि साडा जो समाज है भारत दा, राइट, त्योहारां दा देश है, एग्जैक्ट, गंगा जमनी तहजीब है, एग्जैक्ट। सदियां तो ਅਸੀਂ ਸਾਰੇ ਇਕੱਠੇ ਮਿਲ ਜੁਲ ਕੇ ਰਹਿੰਦੇ ਰਹੇ ਹਾਂ। ਵੱਖੋ ਵੱਖ ਧਰਮਾਂ ਦੇ ਲੋਕ ਆਪਸ ਦੇ ਵਿੱਚ ਇੱਕੋ ਬਣ ਕੇ ਰਹਿੰਦੇ ਰਹੇ। ਇਹੀ ਸਾਡੀ ਪਛਾਣ ਹੈ ਔਰ ਪੂਰੀ ਦੁਨੀਆ ਦੇ ਵਿੱਚ ਵੀ ਸਾਡੀ ਇਹੀ ਪਛਾਣ ਹੈ। ਇੰਨੇ ਧਰਮ ਕਿਸੇ ਹੋਰ ਮੁਲਕ ਦੇ ਵਿੱਚ ਨਹੀਂ ਜਿੰਨੇ ਧਰਮ ਭਾਰਤ ਦੇ ਵਿੱਚ ਨੇ, ਔਰ ਇਹੀ ਇਹਦੀ ਖੂਬਸੂਰਤੀ ਹੈ। भारतवर्ष की यही खूबसूरती है, ਅਨੇਕਾਂ ਰੰਗ ਦੇ ਫੁੱਲ ਖਿੜੇ ਹੋਏ ਨੇ। इसीलिए ऐसे कहते हैं सारे जहाँ से अच्छा हिंदुस्तान हमारा। इसी करके सारा जहाँ से अच्छा हिंदुस्तान हमारा है कि इसमें वन सुवन्य फूल खिले हुए हैं। वो कहते हैं ना कि तुम ही अगर तुम हो तो क्या तुम हो, इख्तलाते रंग बू से है जीनत चमन, तुम ही अगर तुम हो तो क्या तुम हो, हम ही अगर हम हैं तो क्या हम हैं। ये खूबसूरती दूसरी तुसी मैंने बहुत चंगी गल याद दिलाई। इस मौके ते ਜਿਹੜਾ हज़रत मोहम्मद ने कहा कहता है ला इकराह फिद्दीन, धर्म के मामले ਦੇ ਵਿੱਚ ਕੋਈ ਜ਼ਬਰਦਸਤੀ ਨਹੀਂ ਹੈ। ਇਹਦੇ ਵਿੱਚ ਜ਼ਬਰ ਨਹੀਂ ਕਰਨਾ ਚਾਹੀਦਾ, ਇਹ ਕੌਨਸੈਂਸ ਦਾ ਮਾਮਲਾ ਹੈਗਾ। ਔਰ ਦੂਸਰਾ ਹਜ਼ਰਤ ਮੁਹੰਮਦ ਨੇ ਜਿਹੜਾ ਕੁਰਾਨ ਕੇ ਰਾਹੀਂ ਪੈਗਾਮ ਦਿੱਤਾ ਗਿਆ, ਉਹ ਕਹਾ ਕਿ ਲਕੁਮ ਦੀਨੁਕੁਮ ਵਲੀ, ਤੁਹਾਡਾ ਧਰਮ ਤੁਹਾਡੇ ਵਾਸਤੇ, ਸਾਡਾ ਧਰਮ ਸਾਡੇ ਵਾਸਤੇ। ਇਹਦੇ ਵਿੱਚ ਇਖਤਲਾਫ ਹੋ ਸਕਦੇ ਹਨ। ਜੇਕਰ ਰੱਬ ਚਾਹੁੰਦਾ ਤਾਂ ਸਾਰੇ ਲੋਕਾਂ ਨੂੰ ਇੱਕ ਧਰਮ ਦਾ ਮਨਾਉਣ ਵਾਲਾ ਪੈਦਾ ਕਰ ਦਿੱਤਾ। ਤੇ ਜਿਹੜੇ ਆਪਣੇ ਵੱਖ-ਵੱਖ ਧਰਮ ਹਨ, ਉਹ ਮੈਂ ਸਮਝਦਾ ਕਿ ਇਹ ਕੋਈ ਖੁਦਾ ਦੀ ਮਰਜ਼ੀ ਦੇ ਬਰਖਲਾਫ ਨਹੀਂ ਹਨ। ਕਿਉਂਕਿ ਜੇਕਰ ਉਹਨਾਂ ਦੀ ਮਰਜ਼ੀ ਦੇ ਬਰਖਲਾਫ ਹੁੰਦੇ ਤੇ ਉਹ ਆਪਣੀ ਤਾਕਤ ਦਾ ਇਸਤੇਮਾਲ ਕਰਕੇ, ਉਹ ਇਤਨੀ ਬੜੀ ਤਾਕਤ ਹੈ ਰੱਬ ਜਿਸ ਨੇ ਸਭ ਨੂੰ ਪੈਦਾ ਕੀਤਾ ਕਿ ਸਭ ਨੂੰ ਇੱਕ ਮਜ਼ਹਬ ਦੇ ਮੰਨਣ ਵਾਲਾ ਬਣਾ ਦਿੰਦਾ, ਉਹਨੂੰ ਇਹ ਆਸਾਨ ਸੀ। ਤੋ ਅਸੀਂ ਵੰਨ ਸੁਵੰਨੇ ਅੰਦਾਜ਼ ਨਾਲ ਰੱਬ ਨੂੰ ਪਹਿਚਾਣਦੇ ਹਨ। ਇਹ ਵੀ ਇੱਕ ਬਹੁਤ ਬੜੀ, ਇਹ ਰੱਬ ਕੀ ਨਿਸ਼ਾਨੀਆਂ ਦੇ ਵਿੱਚੋਂ ਇੱਕ ਨਿਸ਼ਾਨੀ ਕੁਰਾਨ ਦੇ ਵਿੱਚ ਕਿਹਾ ਗਿਆ। ਅਤੇ ਕੁਰਾਨ ਦੇ ਵਿੱਚ ਬਹੁਤ ਸਾਰੇ ਮਜ਼ਹਬਾਂ ਦਾ ਜ਼ਿਕਰ ਕਰਕੇ ਕਹਾ ਗਿਆ ਠੀਕ ਹੈ ਤੁਸੀਂ ਆਪਣੇ ਮਜ਼ਹਬ 'ਤੇ ਜਿਵੇਂ ਅਮਲ ਕਰੋ ਠੀਕ ਹੈ। ਆਖਿਰ ਦੇ ਵਿੱਚ ਤੁਸੀਂ ਰੱਬ ਵੱਲੋਂ ਪਲਟੋਗੇ ਅਤੇ ਰੱਬ ਇਹਦਾ ਫੈਸਲਾ ਕਰੇਗਾ ਕੌਣ ਸਹੀ ਰਸਤੇ 'ਤੇ ਸੀ, ਕੌਣ ਗਲਤ ਸੀ ਜਾਂ ਕਿਸ ਤਰ੍ਹਾਂ ਸੇ ਸੀ। ਇਹ ਤੁਹਾਡਾ ਹੱਕ ਨਹੀਂ ਹੈ ਕਿ ਕਿਸੇ ਨੂੰ ਕਹੀਏ ਕਿ ਤੁਸੀਂ ਗਲਤ ਹੋ ਜਾਂ ਤੁਸੀਂ ਗਲਤ ਹੋ ਜਾਂ ਤੁਹਾਡਾ ਮਜ਼ਹਬ ਖਰਾਬ ਹੈ ਜਾਂ ਸਾਡਾ ਮਜ਼ਹਬ। ਇਹ ਕੰਪੀਟੀਸ਼ਨ ਦੀ ਗੱਲ ਨਹੀਂ ਹੈ। ਵੈਸੇ ਸਾਹਿਬ ਤਰ੍ਹਾਂ ਤਰ੍ਹਾਂ ਦੇ ਫੁੱਲ ਇੱਕ ਬਾਗ ਵਿੱਚ ਨੇ, ਆਪਸ ਦੇ ਵਿੱਚ ਉਹਨਾਂ ਦਾ ਕੋਈ ਟਕਰਾਓ ਨਹੀਂ ਹੁੰਦਾ, ਸਾਰੇ ਮਿਲ ਕੇ ਖੁਸ਼ਬੂ ਵਖੇਰਦੇ ਨੇ ਔਰ ਬਾਗ ਨੂੰ ਖੂਬਸੂਰਤ ਬਣਾਉਂਦੇ ਨੇ। ਤੁਹਾਡੀਆਂ ਖੁਸ਼ਬੂਆਂ ਵਰਗੀਆਂ ਗੱਲਾਂ ਨੇ ਅੱਜ ਦੇ ਸਾਡੇ ਪ੍ਰੋਗਰਾਮ ਨੂੰ ਬਹੁਤ ਮਹਿਕਾਇਆ ਹੈ। ਬਹੁਤ ਬਹੁਤ ਸ਼ੁਕਰੀਆ। ਈਦ ਮਿਲਾਦ ਦੀ ਇੱਕ ਵਾਰ ਫਿਰ ਤੋਂ ਮੁਬਾਰਕਬਾਦ। ਤੁਹਾਨੂੰ ਵੀ ਈਦ ਮਿਲਾਦ ਦੀ ਇੱਕ ਵਾਰ ਬਹੁਤ ਬਹੁਤ ਸ਼ੁਕਰੀਆ, ਮੁਬਾਰਕਬਾਦ। ਬਹੁਤ ਬਹੁਤ ਸ਼ੁਕਰੀਆ।